ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਅੱਜ ਕੱਲ ਦੇ ਮਾਡਰਨ ਟਾਈਮ ਦੇ ਵਿੱਚ ਲੈਣ ਦੇਣ ਬਣਿਆ ਰਹਿੰਦਾ। ਸਾਨੂੰ ਪੈਸੇ ਕਿਸੇ ਤੋਂ ਉਧਾਰ ਲੈਣੇ ਵੀ ਪੈਂਦੇ ਆ ਤੇ ਕਿਸੇ ਨੂੰ ਦੇਣੇ ਵੀ ਪੈ ਜਾਂਦੇ ਆ। ਫॉर एग्जांपल ਅਸੀਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਏ, मैं 1000 ਰੁਪਇਆ ਬੈਂਕ 'ਚ ਜਮ੍ਹਾਂ ਕਰਵਾਇਆ। 1 ਸਾਲ ਬਾਅਦ ਜਦੋਂ मैं ਕਢਵਾਉਣ ਗਈ ਉਹ ਪੈਸੇ ਹੋ ਗਏ 1500, ਤਾਂ ਮੈਨੂੰ 500 ਰੁਪਇਆ ਐਕਸਟਰਾ ਮਿਲਿਆ। ਜਿਹੜਾ 500 ਰੁਪਇਆ ਮੈਨੂੰ ਐਕਸਟਰਾ ਮਿਲਿਆ ਉਹੀ ਕੀ ਆ, ਵਿਆਜ ਆ। ਕੀ ਲੱਗ ਗਿਆ, ਉਹਨੂੰ ਵਿਆਜ ਲੱਗ ਗਿਆ। ਜਾਂ ਮੈਂ ਬੈਂਕ ਤੋਂ ਲੋਨ ਲਿਆ, ਜੇ ਮੈਂ 1000 ਰੁਪਏ ਦਾ ਲੋਨ ਲੈਂਦੀ ਆ, 1 ਸਾਲ ਬਾਅਦ ਮੈਨੂੰ 1500 ਦੇਣਾ ਪੈਂਦਾ। ਜੋ ਵੀ ਐਕਸਟਰਾ ਪੈਸੇ ਦੀ ਗੱਲ ਹੁੰਦੀ ਉਹ ਕੀ ਹੁੰਦਾ, ਵਿਆਜ। ਤਾਂ ਅੱਜ ਦਾ ਇਹ ਸਾਡਾ ਜੋ ਟੌਪਿਕ ਆ ਨਾ ਸਿਰਫ ਕਿਸੇ ਗੌਰਮੈਂਟ ਜੌਬ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਆ ਬਲਕਿ ਸਾਡੀ ਰੈਗੂਲਰ ਲਾਈਫ ਦੇ ਵਿੱਚ ਵੀ ਬਹੁਤ ਇੰਪੋਰਟੈਂਟ ਆ, ਕਿਉਂਕਿ ਲੈਣ ਦੇਣ ਆ ਜਿਹੜੇ ਹਮੇਸ਼ਾ ਸ਼ੁਰੂ ਤੋਂ ਹੀ ਚੱਲੇ ਆਉਂਦੇ ਨੇ ਤੇ ਦੁਨੀਆ ਤੇ ਰਹਿੰਦੀ ਦੁਨੀਆ ਤੇ ਬਣੇ ਵੀ ਰਹਿੰਦੇ ਆ। ਸਾਨੂੰ ਸਮਾਜ ਦੇ ਵਿੱਚ ਰਹਿੰਦੇ ਆ ਅਸੀਂ, ਜੇ ਅਸੀਂ ਕਿਸੇ ਤੋਂ ਅੱਜ ਕੱਲ੍ਹ ਦੇ ਸਮੇਂ ਵਿੱਚ ਉਧਾਰੇ ਪੈਸੇ ਵੀ ਲੈਂਦੇ ਆ ਤਾਂ ਵੀ ਸਾਨੂੰ 2% 3% 4% 5% ਤੇ ਮਿਲਦੇ ਆ, ਠੀਕ ਹੈ। ਤਾਂ ਉਹਦੇ ਲਈ ਵੀ ਸਾਨੂੰ ਸਿੰਪਲ ਇੰਟਰਸਟ ਮਤਲਬ ਸਾਨੂੰ ਵਿਆਜ ਆਪ ਨੂੰ ਕੱਢਣਾ ਹੋਣਾ ਤਾਂ ਆਉਣਾ ਹੀ ਚਾਹੀਦਾ ਨਾ ਉਹਦੇ ਲਈ। ਤਾਂ ਹੁਣ ਮੰਨ ਕੇ ਚਲੋ ਜਿਹੜਾ ਮੇਰਾ ਅੱਜ ਦਾ ਹੀ ਟੌਪਿਕ ਆ, ਮੈਂ ਇਹਦੇ ਵਿੱਚ ਕੋਈ ਤੁਹਾਨੂੰ 6-7 ਫਾਰਮੂਲੇ ਨਹੀਂ ਕਰਵਾਉਣ ਵਾਲੀ, ਸਿਰਫ ਇੱਕੋ ਹੀ ਫਾਰਮੂਲਾ ਕਰਵਾਉਂਗੀ ਜਿਸ ਦੇ ਨਾਲ ਤੁਹਾਡੇ ਸਾਰੇ ਹੀ ਸਵਾਲ ਨਿਕਲਣਗੇ। ਤਾਂ ਜਿਹੜਾ ਟੌਪਿਕ ਆ ਸਾਡਾ ਅੱਜ ਦਾ ਇਹ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਟੌਪਿਕ ਆ। ਤਾਂ ਸਭ ਤੋਂ ਪਹਿਲਾਂ ਦੇਖੋ ਵਿਆਜ ਦੀ ਗੱਲ ਕੀਤੀ ਸੀ ਮੈਂ। ਵਿਆਜ ਦਾ ਫਾਰਮੂਲਾ ਕੀ ਹੁੰਦਾ ਵਾ, ਤੁਸੀਂ ਸੁਣਿਆ ਹੋਣਾ, ਮੂਲ ਨਾਲੋਂ ਵਿਆਜ ਪਿਆਰਾ, ਠੀਕ ਹੈ। ਮੂਲਧਨ ਗੁਣਾ ਸਮਾਂ ਗੁਣਾ ਦਰ, ਠੀਕ ਹੈ। ਵਿਆਜ ਸਭ ਨੂੰ ਪਿਆਰਾ ਹੁੰਦਾ ਕਿਉਂਕਿ ਵੱਧ ਪੈਸੇ ਮਿਲਨੇ ਆ ਬਟਾ 100। ਹੁਣ ਆਪਾਂ ਗੱਲ ਕਰੀਏ ਇਹ ਵਿਆਜ ਦਾ ਜਿਹੜਾ ਫਾਰਮੂਲਾ ਵਾ ਤੁਸੀਂ ਕਦੇ ਵੀ ਨਹੀਂ ਭੁੱਲਣਾ। ਸਿਰਫ ਤੁਸੀਂ ਵਿਆਜ ਦਾ ਫਾਰਮੂਲਾ ਯਾਦ ਰੱਖੋਗੇ, ਉਹਦੇ ਤੋਂ ਅਸੀਂ ਮੂਲਧਨ ਵੀ ਕੱਢਾਂਗੇ, ਸਮਾਂ ਵੀ ਕੱਢਾਂਗੇ, ਦਰ ਵੀ ਕੱਢਾਂਗੇ ਤੇ ਉਸ ਵਿਆਜ ਵੀ ਕੱਢਾਂਗੇ। ਕਿਵੇਂ ਕੱਢਾਂਗੇ ਇਹ ਮੈਂ ਤੁਹਾਨੂੰ ਸਿਰਫ ਇੱਕ ਹੀ ਸਵਾਲ ਤੋਂ ਸਿਖਾਉਂਗੀ। ਸਵਾਲ ਕੋਈ ਵੀ ਆ ਜਾਣ ਤੁਸੀਂ ਆਪਣੇ ਆਪ ਹੱਲ ਕਰੋਗੇ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ। ਜਦ ਤੱਕ ਮੈਂ ਬੋਰਡ ਤੇ ਸਟੇਟਮੈਂਟ ਲਿਖਦੀ ਹਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਸਭ ਤੋਂ ਪਹਿਲਾਂ ਦੇਖੋ ਕੋਈ ਆਦਮੀ ਆ ਜਿਹੜਾ ਕਿ ਬੈਂਕ ਦੇ ਵਿੱਚੋਂ 20,000 ਰੁਪਇਆ 20,000 ਰੁਪਏ 10% ਸਾਲਾਨਾ ਦਰ ਤੇ 10% ਦਰ ਤੇ 3 ਸਾਲਾਂ ਲਈ ਉਧਾਰ ਲੈਂਦਾ ਹੈ, ਠੀਕ ਹੈ। ਕਿਸੇ ਤੋਂ ਵੀ ਲੈ ਲੈ, ਚਾਹੇ ਬੈਂਕ ਚੋਂ ਲੈ ਲੈ ਚਾਹੇ ਕਿਸੇ ਹੋਰ ਤੋਂ ਲੈ ਲੈ, ਠੀਕ ਹੈ। 20,000 ਰੁਪਏ ਉਧਾਰ ਲੈਂਦਾ ਹੈ ਤਾਂ ਵਿਆਜ ਪਤਾ ਕਰੋ। ਇਹ ਵਿਆਜ ਅਸੀਂ ਪਤਾ ਕਰਨਾ ਵੀ 3 ਸਾਲਾਂ ਦਾ ਕਿੰਨਾ ਬਣਿਆ, ਠੀਕ ਹੈ। ਵਿਆਜ ਪਤਾ ਕਰੋ। ਤਾਂ ਸਭ ਤੋਂ ਪਹਿਲਾਂ ਦੇਖੋ 20,000 ਰੁਪਏ 10% ਦੀ ਦਰ ਤੇ 3 ਸਾਲਾਂ ਲਈ ਉਧਾਰ ਲਏ ਜਾਂਦੇ ਆ। ਅਸੀਂ ਵਿਆਜ ਪਤਾ ਕਰਨਾ, ਆਪਸ਼ਨ ਵੀ ਮੈਂ ਤੁਹਾਡੇ ਸਾਹਮਣੇ ਲਿਖ ਦਿੰਨੀ ਆ, 500 ਰੁਪਏ, ਆਪਸ਼ਨ ਬੀ 600 ਰੁਪਏ, ਆਪਸ਼ਨ ਸੀ 700, ਆਪਸ਼ਨ ਡੀ 800 ਰੁਪਏ, ਠੀਕ ਹੈ ਜੀ। ਇਹ ਤੁਹਾਡੇ ਸਾਹਮਣੇ ਆਪਸ਼ਨਸ ਵੀ ਮੈਂ ਲਿਖ ਦਿੱਤੀਆਂ ਨੇ। ਵਿਆਜ ਦਾ ਫਾਰਮੂਲਾ ਵੀ ਮੈਂ ਤੁਹਾਨੂੰ ਦੱਸ ਦਿੱਤਾ। ਜੋ ਚੀਜ਼ ਗਿਵਨ ਆ ਉਹਨੂੰ ਕੱਢ ਕੇ ਲਿਖ ਲਓ। 20,000 ਰੁਪਏ ਉਧਾਰ ਲਏ, ਜਿਹੜੀ ਉਧਾਰ ਗਈ ਰਾਸ਼ੀ ਆ, ਉਧਾਰ ਲਈ ਉਹਨੇ ਰਾਸ਼ੀ ਉਹ ਕੀ ਆ, ਮੂਲਧਨ। ਮੂਲ ਰਾਸ਼ੀ ਆ ਨਾ ਉਹ 20,000 ਰੁਪਏ। ਤਾਂ ਇੱਥੇ ਮੂਲਧਨ ਕੀ ਹੋ ਗਿਆ ਮੇਰੇ ਕੋਲੇ, ਜੋ ਚੀਜ਼ ਉਧਾਰ ਲਈ ਗਈ ਆ ਉਹ ਹੈ ਮੂਲਧਨ, ਜਾਣੀ ਕਿ 20,000 ਰੁਪਏ, ਕਿਉਂਕਿ ਮੂਲ ਰਾਸ਼ੀ ਨੂੰ ਹੀ ਅਸੀਂ ਬੋਲਦੇ ਆ 20,000 ਰੁਪਏ ਜਾਂ ਮੂਲਧਨ ਬੋਲਦੇ ਆ ਮੂਲ ਰਾਸ਼ੀ ਨੂੰ, ਠੀਕ ਹੈ। ਜਿਹਨੂੰ ਅਸੀਂ ਇੰਗਲਿਸ਼ ਬੋਲ ਦਿੰਦੇ ਆ ਪ੍ਰਿੰਸੀਪਲ ਇਨਟੂ ਟਾਈਮ ਇਨਟੂ ਰੇਟ ਡਿਵਾਈਡਡ ਬਾਈ 100, ਠੀਕ ਹੈ। ਉਸ ਤੋਂ ਬਾਅਦ ਦੇਖੋ ਦਰ ਹਮੇਸ਼ਾ ਹੀ ਪ੍ਰਤੀਸ਼ਤ ਦੇ ਵਿੱਚ ਗਿਵਨ ਹੁੰਦੀ ਆ। ਤਾਂ ਇੱਥੇ ਦਰ ਆ ਗਈ ਮੇਰੇ ਕੋਲੇ 10% ਤੇ ਸਮਾਂ ਆ ਗਿਆ 3 ਸਾਲ ਦਾ। ਕਿੰਨਾ ਆ ਗਿਆ ਸਮਾਂ, 3 ਸਾਲ ਦਾ, ਠੀਕ ਹੈ। ਦੇਖੋ ਹੁਣ ਫਾਰਮੂਲਾ ਪਿਆ, ਵਿਆਜ ਦਾ ਫਾਰਮੂਲਾ ਤੁਹਾਡੇ ਸਾਹਮਣੇ ਆ, ਪੁੱਟ ਕਰੋ ਤੇ ਆਨਸਰ ਤੁਹਾਡੇ ਸਾਹਮਣੇ ਨਿਕਲ ਆਉਣਾ। ਵਿਆਜ ਮੈਂ ਪਤਾ ਕਰਨਾ ਵਾ, ਠੀਕ ਹੈ। ਵਿਆਜ ਹੀ ਪਤਾ ਕਰਨਾ ਕਿ 3 ਸਾਲਾਂ ਵਿੱਚ ਕਿੰਨਾ ਬਣਿਆ। ਮੂਲਧਨ ਕਿੰਨਾ ਹੈ 20,000 ਰੁਪਏ ਗੁਣਾ ਸਮਾਂ ਕਿੰਨਾ ਦਿੱਤਾ 3 ਸਾਲ ਦਾ ਤੇ ਗੁਣਾ ਦਰ ਬਟਾ 100। 1 0 ਨਾਲ 0 ਕਟਿੰਗ ਦੇ ਵਿੱਚ ਸਟੂਡੈਂਟਸ ਨੂੰ ਜ਼ਿਆਦਾ ਮੁਸ਼ਕਿਲ ਆਉਂਦੀ ਆ। ਹੇਠਾਂ ਵਾਲੇ ਨਾਲ ਉੱਪਰ ਵਾਲੇ ਨੂੰ ਅਸੀਂ ਕੱਟ ਕਰ ਸਕਦੇ ਹਾਂ ਜਦੋਂ ਨੰਬਰ ਡਿਵਾਈਡ ਹੁੰਦੇ ਆ, ਠੀਕ ਹੈ। ਤਾਂ ਇਸ 0 ਨਾਲ ਇਹ 0 ਕੱਟ ਹੋ ਗਈ, ਠੀਕ ਹੈ। ਤਾਂ ਦੇਖੋ ਹੁਣ 20,000 ਰੁਪਏ ਸੀਗੇ
ਤਾਂ ਇੱਥੇ ਤੁਹਾਡੇ ਕੋਲੇ ਬਣ ਗਿਆ ਜੋ ਵਿਆਜ 6000 ਰੁਪਏ। ਹੁਣ ਤੁਹਾਨੂੰ ਪਤਾ ਆਪਸ਼ਨ ਮੈਂ ਆਪਣੇ ਕੋਲੋਂ ਲਿਖੀਆਂ ਸੀ, ਤਾਂ ਇੱਥੇ ਆਪਾਂ 6000 ਦੀ ਜ਼ੀਰੋ ਐਕਸਟਰਾ ਪਾ ਲੈਂਦੇ ਆ। ठीक है, बन गया 6000 रुपए। ਵਿਆਜ ਕਿੰਨਾ ਬਣ ਗਿਆ ਇੱਥੇ 6000 रुपए कि 20000 ਨੂੰ 6000 रुपए ਵਿਆਜ ਪਿਆ। ठीक है, 10% ਦੇ ਹਿਸਾਬ ਨਾਲ। ਹੁਣ ਆਪਾਂ ਅੱਗੇ ਕਰਦੇ ਹਾਂ ਕਿ ਇਸੇ ਸਵਾਲ ਤੋਂ ਮੈਂ ਤੁਹਾਨੂੰ ਦਿਖਾਉਣੀ ਆ ਕਿ ਅਸੀਂ ਇੱਕੋ ਫਾਰਮੂਲੇ ਤੋਂ ਕਿਵੇਂ ਦਰ ਤੇ ਸਮਾਂ ਤੇ ਮੂਲਧਨ ਵੀ ਕੱਢਾਂਗੇ। ਠੀਕ ਹੈ, ਹੁਣ ਮੈਂ ਤੁਹਾਨੂੰ ਕਹਿੰਨੀ ਆ 6000 रुपए ਦੇ ਵਿਆਜ ਤੇ ਕੋਈ ਰਾਸ਼ੀ ਉਧਾਰ ਲਈ ਜਾਂਦੀ ਹੈ। 6000 रुपए ਦੇ ਵਿਆਜ ਤੇ दूसरा सवाल पा लो इनू ते लिख लो स्टेटमेंट्स, क्योंकि इस तो तुहानू पूरा क्लीयर होने वाला है। 6000 रुपए ते कोई राशि 6000 रुपए दे व्याज ते 6000 रुपए दे व्याज ते 10% दर 3 सालां लई उधार लेंदा है। कोई आदमी आ जिहड़ा 6000 रुपए दे व्याज ते 10% दी दर ते 3 सालां लई कोई राशि उधार लेंदा है तो राशि पता करो। ठीक है, जां कह सकते हैं आप मूल राशि पता करो। इत्थे तुसीं की पता करनी आ, मूल राशि पता करनी आ। इक्को सम तो असीं करदे आ मूल राशि पता करो। तो इहदे लई की आ देखो, हुण ऑप्शन भी असीं चेंज कर लैंदे आ। ऑप्शन मैं तुहानूं दस दिंनी आ, एक बन गई ए ऑप्शन 10000 लिख लो, बी ऑप्शन 20000 रुपए लिख लो, सी ऑप्शन 30,000 रुपए लिख लो, तो डी ऑप्शन 40,000 रुपए लिख लो। ठीक है, ये बन गई जी ऑप्शनस तुहाडे कोले। हुण असीं की पता करना, मूल राशि पता करनी आ। मूल राशि किहड़ी होगी, प्रिंसीपल। ठीक है, तो मैं इत्थे पी ही लिख लैनी आ प्रिंसीपल नूं, क्योंकि सानूं पता नहीं गी। प्रिंसीपल नूं पी लिख लिया, दर सानूं 10% दित्ती आ, समा सानूं 3 साल दा दित्ता। हुण इहदे विच सानूं एक्सट्रा चीज़ गिवन आ, की गिवन आ, ब्याज। ठीक है, ब्याज गिवन आ, ब्याज कितना गिवन आ 6000 रुपए, क्योंकि 6000 दे ब्याज ते लई आ ना उन्हें कोई राशि 6000 रुपए दे ब्याज ते 10% ते 3 सालां दे लई उधार लई जांदी आ, तां ओह राशि पता करो। हुण देखो ब्याज दा फार्मूला तुहानूं पता उपर लिखिया होया, मैं उपर लिखिया, ध्यान दिओ, ब्याज बराबर है मूलधन, तो ब्याज कितना हो गया 6000। ठीक है, प्रिंसीपल असी पता करना वा, गुणा रेट जां गुणा समा लिख लो 3 साल, गुणा रेट 10% बटा 100, जीरो नाल जीरो कट। हुण देखो 6000 गुणा ये 10 की हो रहा इधर डिवाइड, इधर आके की होगा मल्टीप्लाई, इज इक्वल्स टू पी गुणा 3, ते गुणा 3 हो रहा ना, उपर गुणा हो रहा, हेठा डिवाइड हो रहा सी 10, इधर आके गुणा हो गया। जो चीज़ असीं पता करनी है उस सानूं एक साइड चाहिदी आ। इत्थे मैनूं प्रिंसीपल पता करना, तो मैं पी एक साइड लिख ली, बाकी जो भी नाल पिया उहनूं दूजे पासे ले आओ। जिवें ही कोई नंबर दूजे पासे आउंदा उहदे साइन चेंज हुंदे आ, जिवें इधर ये गुणा हो रहा, इधर आके डिवाइड हो गया। ठीक है, 1 तीया 2 तीए 6 नाल 3 जीरो आ, तो मैं जीरो लिख लिया। हुण 2000 गुणा 10, 2000 नूं गुणा 10 नाल करोगे तो नाल जीरो ही एक्सट्रा लगूगी ना, करके भी देख लियो, तो 20000 रुपए आ गया कि वो राशि 20000 आ जिहदे ते 6000 का ब्याज लगदा। तो देखो इसे फॉर्मूले तो निकल गई ना। ज़्यादा फॉर्मूले असीं नहीं याद करने, फॉर्मूले इहदे तो ही बनते हैं। जे ज़्यादा याद करोगे तुसीं पजल हो जाना पेपर दे विच, एक ही फॉर्मूला याद करो। ठीक है, हुण आपां गल करदे हां जदों तुहानूं दर पता करन लई कह दित्ता जावे। ठीक है, दर पता करन लई तां आपां सेम ही लिखदे हां, सेम रिजल्ट लिखदे हां। ठीक है, तीसरा सवाल आ तुहाडे कोले कि दर पता करो, इत्थे बटा 100 फॉर्मूला तो यही लिखांगे। ठीक है जी, तीसरा सवाल आपां कर रहे हैं 20000 रुपए कि कोई राशि आ 20000 जिहड़ी कि 20000 रुपए 6000 ब्याज ते 3 सालां लई लए जाते हैं। ठीक है, 20000 रुपए, देखो हुण इत्थों तुसीं आप समझना मूल राशि किहड़ी होगी, 20000 रुपए 6000 ब्याज ते
3 ਸਾਲਾਂ ਲਈ ਲਏ ਜਾਂਦੇ ਹਨ। ਵਿਆਜ, ਹੁਣ ਇੱਥੇ ਲਿਖਣਾ ਆਪਾਂ ਦਰ ਪਤਾ ਕਰੋ, ਠੀਕ ਹੈ, ਦਰ ਪਤਾ ਕਰੋ ਕਿ ਕਿਸ ਦਰ ਤੇ ਲਏ ਗਏ ਆ, ਦਰ ਪਤਾ ਕਰੋ। ਦਰ ਪ੍ਰਤੀਸ਼ਤ ਵੀ ਆ ਸਕਦਾ, ਪਰ ਜਿੱਥੇ ਦਰ ਲਿਖਿਆ ਦਰ ਹਮੇਸ਼ਾ ਹੀ ਪ੍ਰਤੀਸ਼ਤ ਦੇ ਵਿੱਚ ਹੁੰਦੀ ਆ। ਕੀ ਹੁੰਦੀ ਆ? ਪ੍ਰਤੀਸ਼ਤ ਦੇ ਵਿੱਚ ਹੁੰਦੀ ਆ। ਤਾਂ ਦੇਖੋ ਅਸੀਂ ਇਹਦੇ ਤੋਂ ਦਰ ਵੀ ਕੱਢਾਂਗੇ, ਆਪਾਂ ਆਪਸ਼ਨ ਵੀ ਚੇਂਜ ਕਰ ਲੈਂਦੇ ਆ। ਇੱਥੇ ਆਪਸ਼ਨਸ ਆ ਤੁਹਾਡੇ ਕੋਲੇ, ਆਪਸ਼ਨ ਬੀ 5%, ਠੀਕ ਹੈ। ਕੰਸੈਪਟ ਸਮਝ ਲਓ, ਸਵਾਲ ਤਾਂ ਨਾ ਮੇਰੇ ਆਉਣੇ ਆ ਨਾ ਕਿਸੇ ਹੋਰ ਦੇ ਆਉਣੇ ਆ ਐਗਜ਼ਾਮ ਦੇ ਵਿੱਚ, ਕਿਉਂਕਿ ਐਗਜ਼ਾਮੀਨਰ ਨੇ ਨਹੀਂ ਪਤਾ ਸਾਨੂੰ ਕਿੱਥੋਂ ਪਾ ਦੇਣੇ ਆ। ਜੇਕਰ ਤੁਸੀਂ ਕੰਸੈਪਟ ਸਮਝ ਲੈਂਦੇ ਹੋ, ਅੱਗੇ ਅਸੀਂ ਹਾਈ ਲੈਵਲ ਦੇ ਵੀ ਸਵਾਲ ਕਰਨੇ ਆ, ਤਾਂ ਮੈਂ ਤੁਹਾਨੂੰ ਬੇਸਿਕ ਕਰਵਾ ਰਹੀ ਹਾਂ, ਤਾਂ ਯਕੀਨ ਮੰਨਿਓ ਤੁਸੀਂ ਆਪਣੇ ਆਪ ਸਵਾਲ ਕਰੋਗੇ। ਫਾਰਮੂਲਾ ਜ਼ਰੂਰ ਯਾਦ ਰੱਖਣਾ, ਬਸ ਇੱਕੋ ਹੀ ਕਰਨਾ ਅਸੀਂ, ਠੀਕ ਹੈ। ਹੁਣ ਦੇਖੋ ਕੋਈ ਰਾਸ਼ੀ ਆ ਜਿਹੜੀ ਕਿ 20,000 ਰੁਪਇਆ ਵਾ, ਠੀਕ ਹੈ, ਤੇ ਵਿਆਜ ਕਿੰਨਾ ਲੱਗਦਾ ਉਹਨੂੰ? 6,000 ਰੁਪਏ ਲੱਗਦਾ। ਉਹਨੇ ਬੋਲਿਆ ਦਰ ਨਹੀਂ ਪਤਾ ਇੱਥੇ ਸਾਨੂੰ, ਤਾਂ ਦਰ ਪਤਾ ਕਰਨੀ ਆ ਤੁਸੀਂ। ਹੁਣ ਦੇਖੋ ਮੂਲ ਰਾਸ਼ੀ ਕਿਹੜੀ ਹੋ ਗਈ? 20,000 ਰੁਪਇਆ ਹੀ ਹੋਇਆ। ਕੋਈ ਰਾਸ਼ੀ 20,000 ਰੁਪਏ ਤੇ 6,000 ਤੇ ਕੋਈ ਰਾਸ਼ੀ 20,000 ਰੁਪਏ 6,000 ਵਿਆਜ ਤੇ ਲਈ ਜਾਂਦੀ ਆ। ਹੋਰ ਕੀ ਗਿਵਨ ਆ? ਵਿਆਜ ਗਿਵਨ ਆ, ਲਿਖ ਲਓ ਵੀ 6,000 ਰੁਪਏ ਗਿਵਨ ਆ। 3 ਸਾਲਾਂ ਦੇ ਲਈ ਜਾਂਦੀ ਆ, ਸਮਾਂ 3 ਸਾਲ ਆ। ਦਰ ਤੁਸੀਂ ਪਤਾ ਕਰਨੀ ਆ। ਫਾਰਮੂਲਾ ਤੁਹਾਨੂੰ ਪਤਾ, ਵਿਆਜ ਕਿੰਨਾ ਵਾ? 6,000 ਆ, ਠੀਕ ਹੈ। ਮੂਲਧਨ ਕਿੰਨਾ ਵਾ? 20,000 ਆ, ਗੁਣਾ ਸਮਾਂ 3 ਸਾਲ ਦਾ। ਦਰ ਤੁਸੀਂ ਪਤਾ ਕਰਨੀ ਆ, ਉਹਨੂੰ ਇਦਾਂ ਹੀ ਰੱਖ ਲਓ, ਬਟਾ 100। 2 0 ਨਾਲ 2 0 ਕੱਟ, ਤਾਂ ਇੱਥੇ ਕਿੰਨਾ ਬਣ ਗਿਆ? ਕਿੰਨਾ ਬਣ ਗਿਆ? 3 ਦੂਣੀ 6, 600 ਗੁਣਾ ਦਰ ਬਰਾਬਰ ਹੈ 6,000। ਇਹ 600 ਇੱਧਰ ਗੁਣਾ ਹੋ ਰਿਹਾ, ਦੂਜੇ ਪਾਸੇ ਕੀ ਹੋਊਗਾ? ਭਾਗ। ਇੱਧਰ ਆ ਕੇ ਕੀ ਹੋ ਗਿਆ? ਭਾਗ ਹੋ ਗਿਆ ਨਾ। 2 0 ਨਾਲ 2 0 ਕੱਟ, ਇੱਕ ਛਿਕਾ ਨਾਲ 0 ਪਈ ਆ, ਤਾਂ 10, ਠੀਕ ਹੈ। ਤਾਂ ਦਰ ਕਿੰਨੀ ਆ ਗਈ ਮੇਰੇ ਕੋਲੇ? 10%। ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਦਰ ਕਿੰਨੀ ਆ ਗਈ? 10%। ਹੁਣ ਜੇਕਰ ਤੁਹਾਨੂੰ ਇਹ ਕਹਿ ਦਿੱਤਾ ਜਾਵੇ ਕਿ ਕੋਈ ਰਾਸ਼ੀ, ਠੀਕ ਹੈ, ਕੋਈ ਰਾਸ਼ੀ 20,000 ਰੁਪਇਆ 20,000 ਰੁਪਏ 600 ਰੁਪਏ ਵਿਆਜ ਤੇ, ਠੀਕ ਹੈ। ਥੋੜਾ ਕਮਾ ਲੈਂਦੇ ਇਹਨੂੰ, ਥੋੜਾ ਕਮਾ ਫਰਾ ਕੇ ਪਾ ਦਿੰਨੇ ਆ। 20,000 ਰੁਪਏ 10% ਤੇ 20,000 ਰੁਪਏ 10% ਦਰ ਤੇ 26,000 ਬਣ ਜਾਂਦੇ ਹਨ। ਸਮਾਂ ਪਤਾ ਕਰੋ ਬਈ, ਉਹ ਸਮਾਂ ਪਤਾ ਕਰੋ ਜਿੰਨੇ ਸਮੇਂ ਚੋਂ 26,000 ਬਣੇ ਆ, ਠੀਕ ਹੈ। ਥੋੜਾ ਕਮਾ ਕੇ ਪਾ ਲੈਂਦੇ ਆ, ਪਹਿਲਾਂ ਵਾਂਗ ਵੀ ਪਾ ਸਕਦੇ ਸੀ। ਸਮਾਂ ਪਤਾ ਕਰੋ। ਹੁਣ ਜਿਹੜੀ ਟੋਟਲ ਰਾਸ਼ੀ ਆ, ਠੀਕ ਹੈ, ਟੋਟਲ ਰਾਸ਼ੀ ਅਮਾਉਂਟ ਜਿਹਨੂੰ ਅਸੀਂ ਬੋਲ ਦਿੰਨੇ ਆ, ਉਹ ਹੁੰਦੀ ਆ ਮੂਲਧਨ ਪਲੱਸ ਵਿਆਜ। ਮੰਨ ਲਓ ਮੈਂ 20,000 ਰੁਪਇਆ ਲਿਆ, 1 ਸਾਲ ਲਈ ਲਿਆ, ਜਿੰਨੇ ਲਈ ਵੀ ਲਿਆ, 20,000 ਰੁਪਇਆ ਮੈਂ ਲੈ ਲਿਆ, ਮੈਨੂੰ 6,000 ਵਿਆਜ ਲੱਗ ਗਿਆ। ਕਿੰਨਾ ਵਿਆਜ ਲੱਗਿਆ? 6,000। ਜਿਹਦੇ ਤੋਂ ਵੀ ਮੈਂ ਲਿਆ 20,000 ਤਾਂ ਮੈਂ ਉਹਨੂੰ ਵਾਪਸ ਕਰੂੰਗੀ ਹੀ, ਨਾਲ 6,000 ਵੀ ਕਰੂੰਗੀ ਜੋ ਵਿਆਜ ਲੱਗਿਆ। ਟੋਟਲ ਅਮਾਉਂਟ ਕਿੰਨੀ ਬਣ ਗਈ ਫਿਰ ਮੇਰੀ? 26,000। ਤਾਂ ਇੱਥੇ ਵੀ ਟੋਟਲ ਰਾਸ਼ੀ ਕਿੰਨੀ ਬਣ ਗਈ? 26,000। ਮੂਲਧਨ ਸੀਗਾ 20,000। ਸਟੇਟਮੈਂਟ ਨੂੰ ਪੜੋ, ਤੁਹਾਨੂੰ ਆਪਣੇ ਆਪ ਪਤਾ ਲੱਗੇਗਾ। ਤੇ ਵਿਆਜ ਕਿੰਨਾ ਹੋ ਗਿਆ? ਫਿਰ ਮੈਨੂੰ ਨਹੀਂ ਪਤਾ ਕਿੰਨਾ ਵਾ, ਆ 20,000 ਮੈਂ ਇੱਧਰ ਲਿਜਾ ਕੇ ਮਾਈਨਸ ਕਰੂੰਗੀ ਤਾਂ ਵਿਆਜ ਮਿਲ ਜੂਗਾ 6,000 ਰੁਪਏ, ਠੀਕ ਹੈ। ਵਿਆਜ ਕੀ ਮਿਲਿਆ? 6,000 ਰੁਪਏ, ਕਿਉਂਕਿ 20,000 ਇੱਧਰ ਆ ਕੇ ਮਾਈਨਸ ਹੋ ਗਿਆ ਨਾ। ਅਮਾਉਂਟ ਦਾ ਫਾਰਮੂਲਾ ਹੁੰਦਾ ਪ੍ਰਿੰਸੀਪਲ ਇਨਟੂ ਸਿੰਪਲ ਇੰਟਰਸਟ ਪਲੱਸ ਹੁੰਦੇ ਆ। ਤਾਂ ਇੱਥੇ ਮੈਨੂੰ ਅਮਾਉਂਟ ਵੀ ਪਤਾ ਕਿ 26,000 ਹੋ ਗਈ ਆ, ਪ੍ਰਿੰਸੀਪਲ ਵੀ ਪਤਾ ਕਿ 20,000 ਰੁਪਇਆ ਲਿਆ ਸੀ ਉਧਾਰ, ਤਾਂ ਸਿੰਪਲ ਇੰਟਰਸਟ ਨਿਕਲ ਆਊਗਾ ਨਾ ਕਿ 6,000 ਰੁਪਏ ਦਾ ਵਿਆਜ ਲੱਗਿਆ। ਇਹ ਆ ਘੁਮਾ ਫਿਰਾ ਕੇ ਪਾਉਣ ਦਾ ਤਰੀਕਾ, ਠੀਕ ਹੈ। ਮੈਨੂੰ ਹੁਣ ਵਿਆਜ ਮਿਲ ਗਿਆ 6,000 ਰੁਪਇਆ, ਮੂਲਧਨ ਮੇਰਾ 20,000 ਆ, ਸਮਾਂ ਮੈਂ ਪਤਾ ਕਰਨਾ, ਤੇ ਦਰ ਮੈਨੂੰ ਦਿੱਤੀ ਹੋਈ ਆ 10%। ਦੇਖੋ ਆਪਾਂ ਇੱਕੋ ਸਵਾਲ ਤੋਂ ਹੀ ਤੁਹਾਨੂੰ ਕਰਵਾ ਰਹੇ ਹਾਂ ਤਾਂ ਜੋ ਤੁਹਾਡਾ ਬੇਸਿਕ ਕਲੀਅਰ ਹੋਵੇ ਤੇ ਤੁਹਾਨੂੰ ਪਤਾ ਲੱਗੇ ਕਿ ਕਿਵੇਂ ਅਸੀਂ ਇੱਕ ਹੀ ਫਾਰਮੂਲੇ ਦਾ ਯੂਜ਼ ਕਰ ਸਕਦੇ ਹਾਂ, ਠੀਕ ਹੈ।
ਤਾਂ ਹੁਣ ਦੇਖੋ ਇੱਥੇ ਦਰ, ਜਿਹੜੇ ਸਟੂਡੈਂਟਸ ਅਲੱਗ-ਅਲੱਗ ਫਾਰਮੂਲਾਜ਼ ਤੋਂ ਕਰਨਾ ਚਾਹੁੰਦੇ ਆ ਜਾਂ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਤਾਂ ਬਹੁਤ ਜ਼ਿਆਦਾ ਬੇਸਿਕ ਨੇ, ਅਸੀਂ ਥੋੜੇ ਟਫ ਲੈਵਲ ਦੇ ਕਰਨਾ ਚਾਹੁੰਦੇ ਆ, ਤਾਂ ਮੇਰੀਆਂ ਪ੍ਰੀਵੀਅਸ ਵੀਡੀਓ ਬਣੀਆਂ ਪਈਆਂ ਨੇ, ਤੁਸੀਂ ਉਹਦੇ ਤੋਂ ਵੀ ਦੇਖ ਸਕਦੇ ਹੋ ਤੇ ਉਹਦੇ ਤੋਂ ਕਨਸੈਪਟ ਸਮਝ ਸਕਦੇ ਹੋ। ਸਿੰਪਲ ਇੰਟਰਸਟ ਐਂਡ ਕੰਪਾਊਂਡ ਇੰਟਰਸਟ ਕੰਬਾਈਨ ਕਰਵਾਇਆ ਹੋਇਆ, ਇਹਦੇ ਵਿੱਚ ਮੈਂ ਅਲੱਗ-ਅਲੱਗ ਕਰਵਾਵਾਂਗੀ ਕਿਉਂਕਿ ਪੰਜਾਬ ਪੁਲਿਸ ਵਾਲਿਆਂ ਨੂੰ ਕੱਲਾ ਸਿੰਪਲ ਇੰਟਰਸਟ ਆ, ਕੰਪਾਊਂਡ ਇੰਟਰਸਟ ਨਹੀਂਗਾ, ਪਰ ਫਿਰ ਵੀ ਤੁਸੀਂ ਕੰਪਾਊਂਡ ਇੰਟਰਸਟ ਕਰ ਲੈਣਾ, ਪੇਪਰ ਦੇ ਵਿੱਚ ਪਤਾ ਨਹੀਂ ਹੁੰਦਾ, ਕਈ ਵਾਰ ਬਾਹਰੋਂ ਵੀ ਆ ਸਕਦਾ, ਠੀਕ ਹੈ। ਤੇ ਪੰਜਾਬ, ਜੇ ਆਪਾਂ ਗੱਲ ਕਰੀਏ ਪੰਜਾਬ ਪਟਵਾਰੀ ਦੀ ਪੋਸਟ ਦੀ, ਉਹਦੇ ਵਿੱਚ ਹੈਗਾ ਕੰਪਾਊਂਡ ਇੰਟਰਸਟ, ਹੋਰ ਐਗਜ਼ਾਮ ਦੇ ਵਿੱਚ ਵੀ ਹੋਵੇਗਾ, ਤਾਂ ਅਸੀਂ ਇਸ ਕਰਕੇ ਮੈਂ ਅਲੱਗ-ਅਲੱਗ ਵੀਡੀਓ ਬਣਾਵਾਂਗੀ। ਪਹਿਲਾਂ ਅਸੀਂ ਸਿੰਪਲ ਇੰਟਰਸਟ ਕਰਾਂਗੇ, ਕੱਲ ਅਸੀਂ ਸਿੰਪਲ ਇੰਟਰਸਟ ਦੇ ਉਹ ਸਮ ਕਰਾਂਗੇ ਜਿਹੜੇ ਅਲੱਗ-ਅਲੱਗ ਐਗਜ਼ਾਮ ਦੇ ਵਿੱਚ ਰਿਪੀਟ ਹੋਣਗੇ, ਪਾਰਟ 3 ਦੇ ਵਿੱਚ ਅਸੀਂ ਕਰਾਂਗੇ ਕੰਪਾਊਂਡ ਇੰਟਰਸਟ, ਠੀਕ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਸਮ ਦੀ। ਤਾਂ ਵਿਆਜ ਦਾ ਫਾਰਮੂਲਾ ਕੀ ਆ? 6000, ਵਿਆਜ ਦਿੱਤਾ ਹੋਇਆ 6000, ਮੂਲਧਨ 20000 ਗੁਣਾ ਸਮਾਂ ਮੈਂ ਪਤਾ ਕਰਨਾ ਵਾ, ਗੁਣਾ ਦਰ ਮੈਨੂੰ ਦਿੱਤੀ ਹੋਈ 10% ਦੀ, ਬਟਾ ਸਮਾਂ, 0 ਨਾਲ 0 ਕੱਟ, ਤਾਂ ਇੱਥੇ ਮੇਰੇ ਕੋਲ ਸਮਾਂ ਇਹ ਕਿੰਨਾ ਬਣ ਗਿਆ, ਇੱਥੇ ਤੁਸੀਂ ਦੇਖ ਸਕਦੇ ਹੋ 20000 ਕਿੰਨਾ ਬਣ ਗਿਆ, 2000 ਬਣਿਆ, 2000 ਗੁਣਾ ਸਮਾਂ, ਠੀਕ ਹੈ। ਤੇ ਇੱਧਰ ਕਿੰਨਾ ਵਾ 6000। ਹੁਣ ਇਹ 2000 ਇੱਧਰ ਕੀ ਹੋ ਰਿਹਾ, ਗੁਣਾ, ਦੂਜੇ ਪਾਸੇ ਕੀ ਹੋਊਗਾ ਡਿਵਾਈਡ, ਤਾਂ ਇੱਧਰ ਆ ਕੇ ਕੀ ਹੋ ਗਿਆ ਡਿਵਾਈਡ, 3 0 ਨਾਲ 0 ਕੱਟ, 1 ਦੂਣੀ 3 ਦੂਣੀ 6, ਮਤਲਬ ਕੀ ਆ 3 ਸਾਲਾਂ ਦੇ ਵਿੱਚ ਜਿਹੜੀ ਅਮਾਊਂਟ ਆ ਉਹ ਕੀ ਬਣੀ ਆ 26000 ਰੁਪਏ ਬਣੀ ਆ, ਠੀਕ ਹੈ। 20000 ਤੋਂ 26000 3 ਸਾਲਾਂ ਦੇ ਵਿੱਚ ਬਣ ਗਈ ਆ, ਤਾਂ ਆਪਸ਼ਨ ਇੱਥੇ ਮੈਂ ਲਿਖੀਆਂ ਨਹੀਂ ਸੀਗੀਆਂ, ਤਾਂ ਤੁਸੀਂ ਦੇਖ ਲੈਣਾ ਕਿ 3 ਸਾਲ ਹੀ ਆਏਗਾ, ਠੀਕ ਹੈ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕੁਝ ਇੰਪੋਰਟੈਂਟ ਸਮ ਦੀ, ਜਿਹੜੇ ਕਿ ਬੇਸਿਕ ਵੀ ਆ ਤੇ ਇੰਪੋਰਟੈਂਟ ਵੀ ਆ, ਜਾਂ ਆਪਾਂ ਕਹਿ ਸਕਦੇ ਹਾਂ 10th +2 ਲੈਵਲ ਦੀ ਪੋਸਟ ਦੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਵੀ ਹੋਣਗੇ, ਠੀਕ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ, ਉਨੀ ਦੇਰ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਂਜੀ, ਅਗਲਾ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ, ਮੈਂ ਬੋਰਡ ਤੇ ਲਿਖ ਦਿੱਤਾ ਹੈ ਤੁਹਾਡੇ ਸਾਹਮਣੇ। ਕੁਝ ਪੈਸੇ ਸਧਾਰਨ ਵਿਆਜ ਦੀ ਦਰ ਤੇ 2 ਸਾਲਾਂ ਵਿੱਚ 2240 ਰੁਪਏ ਹੋ ਜਾਂਦੇ ਨੇ। 2 ਸਾਲਾਂ ਦੇ ਵਿੱਚ ਕਿੰਨੇ ਹੋ ਗਏ 2240 ਰੁਪਏ ਹੋ ਗਏ, ਠੀਕ ਹੈ 2240। ਫਿਰ 5 ਸਾਲਾਂ ਵਿੱਚ 2600 ਰੁਪਏ ਹੋ ਗਏ, 5 ਸਾਲਾਂ ਵਿੱਚ 2600 ਰੁਪਏ ਹੋ ਗਏ। ਤਾਂ ਉਹਨੇ ਬੋਲਿਆ ਉਹ ਪੈਸੇ ਪਤਾ ਕਰੋ ਜਿਹੜੇ 2 ਸਾਲਾਂ ਵਿੱਚ 2440 ਬਣੇ ਆ ਅਤੇ 5 ਸਾਲਾਂ ਵਿੱਚ 2600 ਬਣੇ ਆ, ਉਹ ਪੈਸੇ ਪਤਾ ਕਰਨੇ ਆ। ਅਸੀਂ ਦੇਖੋ ਥੋੜਾ ਟ੍ਰਿਕੀ ਨਹੀਂ ਲੱਗ ਰਿਹਾ ਇਹ ਸਮ ਤੁਹਾਨੂੰ ਦੇਖਣ ਤੇ। 2 ਸਾਲਾਂ ਵਿੱਚ 2240 ਹੋਏ ਆ, 5 ਸਾਲਾਂ ਦੇ ਵਿੱਚ 2600 ਹੋ ਗਏ, ਠੀਕ ਹੈ। ਇਹ 2 ਸਾਲਾਂ ਦੇ ਆ ਤੇ 5 ਸਾਲਾਂ ਦੇ ਆ, ਕਿੰਨੇ ਸਾਲਾਂ ਦੇ ਆ ਇਹ 5 ਸਾਲਾਂ ਦੇ ਆ, ਦੇਖੋ ਧਿਆਨ ਨਾਲ, ਤੇ 2 ਸਾਲਾਂ ਦੇ ਆ, ਮਤਲਬ 5 ਚੋਂ 2 ਗਏ 3 ਸਾਲਾਂ ਦਾ ਮੈਂ ਦੇਖ ਲੈਣੀ ਕਿੰਨਾ ਵਿਆਜ ਪਿਆ, ਉਹਨੂੰ ਵਿਆਜ ਹੀ ਤਾਂ ਵੱਧ ਰਿਹਾ ਵਾ ਨਾ। ਤਾਂ ਦੇਖੋ 3 ਸਾਲਾਂ ਦੇ ਵਿੱਚ ਕਿੰਨਾ ਵਿਆਜ ਪਿਆ, 10 ਚੋਂ 4 ਗਏ 6, ਠੀਕ ਹੈ। ਤਾਂ ਇੱਥੇ ਰਹਿ ਗਿਆ ਤੁਹਾਡੇ ਕੋਲੇ 5, 5 ਚੋਂ 2 ਗਏ 3, 360 ਰੁਪਏ ਵਿਆਜ ਪੈ ਗਿਆ ਉਹਨੂੰ। ਕਿੰਨੇ ਸਾਲਾਂ 'ਚ ਪਿਆ 3 ਸਾਲਾਂ 'ਚ ਪਿਆ, 3 ਸਾਲਾਂ ਦਾ ਵਿਆਜ ਹੀ ਹੈ ਨਾ 360। ਤਾਂ 1 ਸਾਲ ਦਾ ਕਿੰਨਾ ਵਿਆਜ ਬਣਿਆ, 3 ਤੇ ਡਿਵਾਈਡ ਕਰਕੇ ਦੇਖ ਲਓ, 3 ਤੇ ਡਿਵਾਈਡ ਕਰੋਗੇ 1 ਤੀਆ 30, 2 ਤੀਏ 6 ਨਾਲ 0 ਪਈ ਆ, ਕਿਉਂਕਿ ਬਾਹਰੋਂ ਤੀਆ 36 ਹੁੰਦੇ ਆ, ਤਾਂ 120 ਰੁਪਏ। ਹੁਣ 1 ਸਾਲ ਦਾ 120 ਰੁਪਏ ਵਿਆਜ ਆ, ਠੀਕ ਹੈ। 2 ਸਾਲਾਂ ਦੇ ਵਿੱਚ ਕੋਈ ਅਮਾਊਂਟ 2240 ਬਣੀ ਆ, 2 ਸਾਲਾਂ 'ਚ ਬਣੀ ਆ ਨਾ। 1 ਸਾਲ ਦਾ ਤਾਂ 120 ਲੱਗ ਗਿਆ, 2 ਸਾਲਾਂ ਦਾ ਵਿਆਜ ਦੇਖ ਲਓ ਕਿੰਨਾ ਬਣ ਰਿਹਾ, 2 ਸਾਲਾਂ ਦਾ ਕਿੰਨਾ ਹੋਊਗਾ 240 ਰੁਪਏ। 2 ਸਾਲਾਂ ਦਾ 240 ਰੁਪਏ ਵਿਆਜ ਬਣ ਗਿਆ, 2 ਸਾਲਾਂ ਦਾ 240 ਰੁਪਏ ਵਿਆਜ ਪੈ ਗਿਆ ਉਹਨੂੰ, ਤਾਂ ਮਤਲਬ ਅਮਾਊਂਟ ਕਿੰਨੀ ਸੀ 240 ਮਾਈਨਸ ਕਰਕੇ ਦੇਖ ਲਓ। ਇਸ ਦੇ ਵਿੱਚੋਂ ਜਿਹੜੀ ਰਾਸ਼ੀ 2 ਸਾਲਾਂ ਦੇ ਵਿੱਚ 2240 ਬਣ ਗਈ ਨਾ, 2 ਸਾਲਾਂ ਤੇ ਤਾਂ ਉਹਨੂੰ ਵਿਆਜ ਹੀ ਪੈ ਗਿਆ 240, ਤਾਂ ਅਮਾਊਂਟ ਕਿੰਨੀ ਹੋਈ 2000 ਰੁਪਏ। 2000 ਅਮਾਊਂਟ ਸੀਗੀ ਜਿਹਦੇ ਤੇ 2 ਸਾਲਾਂ ਦੇ ਵਿੱਚ ਉਹ ਕਿੰਨੀ ਬਣੀ 240 ਰੁਪਏ ਐਡ ਹੋ ਗਿਆ ਵਿਆਜ, ਠੀਕ ਹੈ 2440 ਬਣ ਗਈ, 5 ਸਾਲਾਂ ਦੇ ਵਿੱਚ 2600 ਬਣ ਗਈ। ਹਾਂਜੀ, ਜੇਕਰ ਤੁਹਾਨੂੰ ਇੱਥੇ ਤੱਕ ਵੀਡੀਓ ਚੰਗੀ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿੱਤਾ ਜਾਵੇ। ਤਾਂ ਇੱਥੇ ਤੁਹਾਡੀ ਆਪਸ਼ਨ ਰਾਈਟ ਹੈ, ਆਪਸ਼ਨ ਨੰਬਰ B। ਅਗਲਾ ਸਵਾਲ ਅਸੀਂ ਕਰਦੇ ਹਾਂ ਜੀ, ਹਾਂਜੀ ਅਗਲਾ ਸਵਾਲ ਤੁਸੀਂ ਦੇਖ ਸਕਦੇ ਹੋ।
कोई राशि सधारण ब्याज ते 815 रुपए 3 सालों विच हो जाती है, सेम पहला वांगी है। तो हुण तुसीं आप जल्दी नाल हल करो इसनूं ते आंसर कमेंट बॉक्स दे विच सेंड करो। उन्नी देर आपां स्टेटमेंट पढ़दे हां ते तुसीं वीडियो नूं रोक के भी कर सकदे हो। कोई राशि सधारण ब्याज ते 815 रुपए 3 सालों विच हो जाती है। 3 सालों विच कितनी होगी? 815 रुपए। ठीक है, सधारण ब्याज ते होई आ अते ओही राशि 854 रुपए 4 सालों विच होगी। हुण 4 सालों दे विच कितनी होगी? 854 रुपए। तो उन्हें बोलिया कि राशि पता करो, तो राशि दसो कितनी आ। तो देखो तुसीं इन्हां दा डिफरेंस कढ लो। 1 साल दी मैनूं पता लग जूगी, 1 साल का कितना ब्याज पिया हो सकता, इन्हां दोनों तो पता लग रहा कितना पै सकता वा। ठीक है, 14 चों 5 गए 9, फिर तुसीं इत्थे लओगे 3, 4 चों 1 गए 39 रुपए। देख लो इन्हां दोनों का डिफरेंस कितना बन रहा वा, 815 बन रहा है। 14 चों 5 गए 9, 4 चों 1 गया 3, 39 रुपए। मतलब 39 रुपए उन्होंने ब्याज पै रहा वा। ठीक है, कितना पै रहा? 39 रुपए। हुण जे 39 साल ब्याज पै रहा सी, सानू तो यह गया ना कि 3 सालों के विच 815 बनी आ। 3 सालों के विच 815 बनी आ, तो तुसीं इहनूं गुणा करके 3 सालों का ब्याज देख लो कितना पै रहा। 9 तिया 27, 33 9, 9 ते 2 11। ठीक है, 117 रुपए का उन्होंने ब्याज पै रहा। किन्ने सालों विच? 3 सालों विच 117 रुपए का ब्याज पै रहा। तो वह राशि 3 सालों के विच ब्याज लग के 815 रुपए बनी है ना, तो वह 3 सालों का ब्याज आ माइनस कर दिंने आ। 15 चों 7 गए 8 बन गया, इत्थे रह के तुहाडे कोले 10, 10 चों 1 गया 9, तो इत्थे तुहाडे कोले बन गए 7, 7 चों 1 गया 6। तो 698 रुपए की वह राशि सी जिन्हों 3 सालों का 117 रुपए ब्याज लग्या, तो 815 हो गई। फिर उन्होंने ब्याज लग्या 4 सालों का 854 हो गई। इतों पता लग गया ना कि 1 साल का कितना ब्याज वध रहा वह। तो ऑप्शन नंबर इत्थे मेरे को राइट आंसर है सी। जेकर तुहानूं इत्थे तक वीडियो चंगी लगी है तो प्लीज़ वीडियो नूं लाइक और शेयर कर दिता जाए। अगे असीं होर भी इंपॉर्टेंट सम करन वाले हैं जिहड़े कि अलग-अलग कंपीटेटिव एग्जाम दे विच रिपीट हो चुके हैं। अज दी वीडियो दे विच असीं सिर्फ +2 लैवल के सम करन वाले हैं, तो अगली वीडियो दे विच असीं ग्रैजुएशन लैवल के इंपॉर्टेंट सम करन वाले हैं। तुसीं कोई भी लैवल मिस नहीं करना क्योंकि पेपर का लैवल कोई भी हो सकता है। ठीक है, हाँ जी, अगला प्रश्न असीं करते हैं। हाँ जी, अगला सवाल तुसी देख सकते हो। एक आदमी 4000 रुपए उधार लेंदा है। किन्ने रुपए उधार लेंदा? मतलब उसकी राशि होगी, मूल राशि होगी जिहड़ी उन्हें उधार लई आ। नाल दी नाल लिख लैंदे आ कि की कुछ गिवन आ। मूल धन 4000 रुपए आ जिहड़े उन्हें उधार लए आ, अते 15% सधारण ब्याज ते 5 सालां बाद वापस कर दिंदा है। किन्ने प्रतिशत सधारण ब्याज ते? 15%। जिहड़ी दर आ वो हमेशा प्रतिशत दे विच हुंदी आ, मतलब तुहानूं दर दित्ती हुई आ 15%। अते 5 सालां बाद वापस करदा, तां मतलब समा भी दित्ता होया वा। किन्ना दित्ता होया समा? 5 साल दा। ठीक है, समा हमेशा सालां दे विच हुंदा। फॉर्मूला जो बनिया होया ना ये वाला, ये सालां दे अकॉर्डिंग बनिया होया। जे तुहानूं बाई चांस महीनिਆਂ दे विच टाइम दित्ता होया तां तुसीं उहनूं पहिलां समय नूं कन्वर्ट करोगे सालां दे विच। ਉਹ मैं एक सवाल करवा भी दिन्नी आ तुहानूं अगे। ठीक है, मूलधन 4000 रुपए हो गया, दर 15% आ, समा 5 साल का। 5 सालों बाद वो वापस करदा, तो उस आदमी द्वारा वापस की गई राशि पता करो भी किन्नी राशि उन्हें वापस करनी आ। तो सब तो पहला ब्याज देखांगे कि उन्होंने ब्याज किन्ना पिया। ठीक है, इंटरस्ट, तो ब्याज उन्होंने पिया मूलधन किन्ना वा 4000 गुणा दर 15 गुणा समा 5 बटा 100, जीरो नाल जीरो कट। ठीक है, फिर तुसीं देखो 15 चौकी किन्ने हुंदे आ? 15 चौकी 60 हुंदे आ। ठीक है, 60 नाल जीरो आ, गुणा 5 भी तो हो रहा समा। तो 5 जे आपां 5 नूं देखीए, 5 छिका किन्ने हुंदे आ? 30, ते नाल 2 जीरो पई आ, मतलब ब्याज उहनूं पै गया 3000। ध्यान नाल देखो, उन्होंने पूछा उस आदमी द्वारा वापस की रकम पता करनी है। तुसीं वापस की रकम पता करन दे लई देखो वो जेड़ा 4000 उधार लिया उन्हें वो तो वापस करूगा ही, नाल ब्याज भी तो करूगा ना। तब टोटल कितना हो गया? 7000, मतलब वो 7000 रकम वापस करूगा। तो ऑप्शन डी इत्थे राइट आंसर है
7000। हाँ जी, अगला प्रश्न असी करते हैं समय वाला, जिमें कि मैं तुहानू पहला दस्सिया सी। ठीक है, हाँ जी, अगला सवाल तुसी देख सकते हो। रवि ने कुछ पैसे 6 महीने 2 साल 6 महीने कितना टाइम दिता होया 2 साल 6 महीने लई 8% ब्याज ते बैंक विच जमा करवाए। जेकर उसनू 500 रुपए ब्याज दे मिले होण तो उसने किन्ने पैसे जमा करवाए। देखो 2 साल 6 महीने, एक साल दे विच 12 महीने हुंदे आ, इथों ये तो पता लग गया कि 2.5 साल बन रहे ने। 2.5 लिखोगे, ठीक है, 2.5 साल नू। पर जेकर तुहानू 7 महीने आ जांदा, 8 महीने आ जांदा, कुछ भी हो सकदा इत्थे, तो भी मैं तुहानू सिखा दिन्नी आ कि समय नू तुसीं किवें लैणा वा। देखो समा 2 साल तो हैगा ही आ, जिवें मैं तुहानू दस्सिआ सालां दे विच हुंदा, ते नाल 6 महीने दित्ते होए आ। एक साल च किन्ने महीने हुंदे आ 12 महीने। ठीक है, तो तुसीं वो 12 डिवाइड कर दोगे, 2 साल प्लस 6 महीने, फिर ही बनूगा ना 2 साल 6 महीने। तो तुसीं उहनूं डिवाइड किया, तो जदों इहनूं डिवाइड करांगे तो ये बन जाना तुहाडे कोले एक छिका छिका 2 छिके 12, 2 + 1/2। हुण इत्थे तो मेरे कोले 2 पिया वा, ठीक है, 2 + 1/2 बन गया। इत्थे बटे च 2 आ, इत्थे कल्ला 2 आ, तो मैं की करदी हाँ, ये बटे च भी 2 ला दिन्नी आ, नाल इहनूं गुणा कर दिन्नी आ 2 नाल, क्योंकि 2 नाल 2 कैंसल, रह तो 2 ही जाना, 2 नाल 2 कट्टिया जाना, रह तो 2 ही जाना ना यही वाला, तो मैं लिख सकती हाँ। फिर हुण सारे दे हेठां 2 बन गया, 2 ही ये हेठां, 2 ही ये हेठां, मैं सारे हेठां लिख सकती हाँ। 2 दूनी 4 + 1 5/2, मतलब समा आ गया तुहाडे कोले 5/2। जिवें मैं तुहानू के पहला कह रही सी कि 2 साल 6 महीने बन ही रहा वा 2.5, 2.5 साल बन रहे हैं 2 साल 6 महीना दे, एदा मैं पॉइंट हटा के 0 ला दिन्नी आ। आफ्टर पॉइंट 1 डिजिट आ, हेठा 1 0 लगाती, 5 5 25, 2 5 10, ये भी 5/2 बन गया। जिवें मर्जी कर लो, जे कंसैप्ट सही है आंसर तो सही ही होना ना। एक तो ये मैथड सी, पर ये की है, जरूरी नहीं उत्थे 6 महीने ही लिखिया होवे, उत्थे 7 महीने भी आ सकदा, 8 महीने भी आ सकदा, कुछ भी आ सकदा ना। तो वो तुसीं इस तरह करोगे जिवें मैं आ करवाया। ठीक है, हुण समा तुहाडे कोले कितना आ गया 5/2, कितना आया 5/2, आपां लिख लैंदे आ इत्थे 5/2। ठीक है जी, समा मिल गया 5/2 साल। अगे दर हमेशा प्रतिशत होंदी आ, जिथे प्रतिशत लिखिया हो मतलब तुहानू दर दिती हुई आ। 8% के ब्याज से जमा करवाते उन्हें पैसे किन्ने करवाए आ, सानू नहीं पता, ये तो असीं पता करना कि किन्ने करवाए होणगे। ठीक है, उस तो बाद जेकर उसनू 500 रुपए ब्याज दे मिले होण, हुण ब्याज किन्ना मिल गया उहनू 500 रुपया, ब्याज किन्ना मिलिया 500, मतलब ब्याज 500 गिवन आ, तो उसनू किन्ने पैसे जमा करवाने होणगे। तुसीं देखो जो चीज़ां मैनूं गिवन सी मैं कढ के लिख लईआं, किन्ने पैसे जमा करवाए होणगे उहने, जिहदे ते उहनूं 500 रुपया ब्याज मिलिया, तो देख लैंदे आ। 500 रुपया ब्याज दिता, फॉर्मूले ते जाओ, जो चीज़ां गिवन आ पुट कर दो, ब्याज बराबर है मूलधन, ये असीं पता करना, मैं पी लिख लैंदी आ प्रिंसीपल, गुणा दर, दर किन्नी आ 8% गुणा समा, समा किन्ना दिता होया 5/2, तो मैं लिख सकती हाँ 5/2। फॉर्मूले दे विच की है नाल डिवाइड बाय 100, तो 2 नाल की हो गया मल्टीप्लाई। हुण देखो 1 पाया 5 आ, 20 5 आ, 20 5 आ 100 हुंदे है ना। उस तो बाद 8 दे पहाड़े ते जे 4 दे पहाड़े ते कट करा, 5 चौका 20, 1 चौका 2 चौके 8, देखो इधर आप ध्यान नाल मैं 4 दे पहाड़े ते कट कीते आ, 4 दूनी 8, 4 दे पहाड़े च 8 आउंदा 2 ते, ठीक है, 20 आउंदा 5 ते, मैं कट करते, ये 2 नाल आ 2 कैंसल हो गया, हेठा किन्ना रह गया P/5, ते इधर किन्ना वा 500, इधर 5 डिवाइड हो रहा, इधर आके की हो जाऊगा गुणा, तो प्रिंसीपल आ गया 2500 रुपया, मतलब उन्हें 2500 रुपये जमा करवाए आ बैंक च, जेड़े कि उन्होंने 2 साल 6 महीने बाद 3000 रुपये मिलणगे, 5000 भी तो जमा होणगे ना विच, तो तुहानूं कुछ भी लिख सकता एग्जामिनर कि उसने किन्ने रुपए जमा करवाए, इत्थे भी लिख सकता कि इन्ने समय बाद उन्होंने किन्ने पैसे मिलणगे। ठीक है, तां भी तुसीं इदां ही कढ सकदे हो कि 3000 मिलणगे। फिर इत्थे देखो ऑप्शन ए राइट बन रही है इस सम दे कोरसपोंडिंग कि 2500 रुपया उन्हें जमा करवाया हो सकता। हाँ जी, जेकर तुहानूं वीडियो चंगी लगी है तो प्लीज़ वीडियो नूं लाइक अते शेयर जरूर कर देना। एक सम असीं होर करदे हां,
हाँ जी, अगला सवाल तुसी देख सकते हो 300 रुपए ते 3 मार्च तो 15 मई तक 300 रुपया वा उस ते 3 मार्च तो 15 मई तक 6% सालाना की दर ते सधारण व्याज पता करो। हुण असीं व्याज ही तो पता करना, पर सानू गिवन की आ मूलधन किन्ना वा 300 रुपए, क्योंकि 300 रुपए ते 3 मार्च तो 15 मई तक समा किन्ना दिता वा 3 मार्च तो 15 मई, मतलब विच अप्रैल भी सारा आ गया। 3 मार्च प्लस अप्रैल प्लस 15 मई। तो मैं तुहानू दस्सिया सी कि जिहड़ा ये फॉर्मूला वा सालां दे लई बनया होया, सालां दा व्याज पता करन लई। तुसीं पहलां की करोगे, इहनू कन्वर्ट करोगे किहदे विच सालां दे विच। 3 मार्च तो 31 मार्च तक, मार्च 31वां महीना हुंदा, 31 मार्च नूं सारे स्कूलों का रिजल्ट आउंदा, तुहानू भी पता होना, ठीक है। 3 मार्च तो 31 मार्च तक किन्ने दिन बन गए 28 दिन बन गए, प्लस अप्रैल 30वां महीना हुंदा 30 दिन आ गए, प्लस 15 मई तो किन्ने दिन बन गए मेरे को 5 ते 0, देखो इधर किन्ने दिन बन गए 15, इत्थे लिखे 5, असीं इकाई अंक जोड़ लेने, जोड़न का ही ढंग हुंदा, इकाई अंक जोड़ लो 5 ते 0 5, 5 ते 8 13, एक रह गया हासिल, 2 ते 1 3, 3 3 6 ते 1 7, मतलब 73 दिन बन गए। टोटल किन्ने दिन होए 73 दिन, ये सीगे दिन सारे, ठीक है। हुण मैनूं साल च कन्वर्ट करना, एक साल विच किन्ने दिन हुंदे आ 365, ठीक है। जे उहने लीप दा साल लिखिया हुंदा तो मैं 366 ला देने सी, क्योंकि उहदे विच 366 दिन हुंदे आ। हुण देखो 73 एकम 73, 73 पांजा 365, ठीक है। 73 पांजा किन्ने होणगे 365। जे नहीं पता लगता 73 नूं 5 नाल गुणा करो, 3 5 15, 7 5 35 ते 1 36, 365 बन गए, ठीक है। समा किन्ना हो गया हुण 1/5 दा। हुण तुहानूं समा भी पता लग गया ते दर भी तो सानूं गिवन आ 6%, तो दर भी मैं लिख ली 6%, ठीक है। हुण समा भी सानूं पता वा, मैं जिहड़े स्टूडेंट्स नाल दी नाल नोट कर रहे हैं तुसीं नोट कर सकते हो। तो हुण अपने कोले जो समा वा वो बन गया 1/5 दा, ठीक है जी। आपां इत्थे लिख लैंदे आ 1/5। हुण कुछ भी नहीं, सब तुहानूं पता, व्याज ही पता करना, तो फॉर्मूले दे विच पुट करो, आंसर तुहाडे सामने आ। जल्दी नाल कमेंट बॉक्स दे विच जरूर शेयर करना अपना आंसर, ठीक है। हुण व्याज असीं पता करना, जानी कि इंटरस्ट पता करना वा। मूलधन हैगा 300 गुणा दर 6 गुणा समा 1/5 दा वा, ठीक है। नाल की करता गुणा 100, जीरो नाल 2 जीरो कट। हुण साडे कोले बन गया 6 तीए 18, 18 नूं मैं जदों 5 ते डिवाइड किया करके देख लैंदे आ, 5 ते डिवाइड 18 नूं 3 5 15, पिछे बच गया 3, मैं लाया पॉइंट नाल ला लो 0, तो 6 तीए 6 5 30 हो गए, तो यह वंडिया गया। हुण जदों असीं सवाल दे विच तुसीं ऑप्शन च पंगा पैना, तो ऑप्शन मैं लिख ली तुहाडे सामने पहले ही, ठीक है। ऑप्शन च हैगा 3.6, ज़्यादातर स्टूडेंट आंसर 3 दा ला के आउणगे, क्योंकि ऑप्शन च 3.6 दिता ही नहीं, 3.60 लिखिया। मैं तुहानूं बहुत बार दसिया कि आफ्टर पॉइंट तो बाद जिन्नियां मर्जी जीरो लाई चलो, कोई मीनिंग नहीं उहदा, ठीक है। क्यों नहीं गा मीनिंग, देखो आफ्टर पॉइंट किन्ने डिजिट आ 1 2 3 4 5, तो हेठा 5 जीरो ला लो, 1 2 3 4 5 नाल पा दो 1, तो जीरो नाल जीरो कट हो गई, 4 जीरो दे नाल 5 जीरो क्या सी ना मैं, तो 5 पा लिया, 4 नाल 4 कट, इत्थे बच जाना 3.6, ठीक है। पॉइंट हटा के जीरो लाओगे, जो पॉइंट लगाना 3.6। आफ्टर पॉइंट जीरो का कोई मीनिंग नहीं हुंदा, तो राइट आंसर बन गया ऑप्शन बी। हाँ जी, इस दे नाल साडी अज दी ये वीडियो खत्म हुंदी आ। ये वीडियो तुहानूं किस तरह की लगी कृपा करके कमेंट बॉक्स दे विच जरूर दस देना। जेकर तुहानूं वीडियो चंगी लगी होवे तां प्लीज़ वीडियो नूं लाइक अते शेयर जरूर कर देना। धन्नवाद जी, थैंक्स फॉर वॉचिंग।